मॉर्निंग स्टूडेंट मैं मोनिका मेहता साइंस मिस्टर्स GSS लोहगढ़। अज ਤੁਹਾਨੂੰ पार्ट 8ਵਾਂ ਸੈੱਲ ਦੀ ਬਣਤਰ ਤੇ ਕਾਰਜ ਕਰਵਾ ਰਹੇ ਹਾਂ। ਜੋ ਸੰਜੀਵ ਹੁੰਦੇ ਹਨ, ਸੰਜੀਵ ਮੀਨਸ ਜਿਹੜੇ ਸਾਹ ਲੈਂਦੇ ਹਨ, ਕਿਰਿਆਵਾਂ ਕਰਦੇ ਹਨ, ਆਪਣੀਆਂ ਰੋਜ਼ਾਨਾ ਮੈਟਾਬੋਲਿਕ ਐਕਟੀਵਿਟੀਜ਼ ਕਰਦੇ ਹਨ, ਉਹ ਕਿਤੋਂ ਬਣੇ ਹੁੰਦੇ ਆ? ਸੈੱਲਾਂ ਤੋਂ। ਸੈੱਲ ਕੀ ਹੈ? ਇੱਕ ਛੋਟੀ ਤੋਂ ਛੋਟੀ ਰਚਨਾਤਮਕ ਤੇ ਕਿਰਿਆਤਮਕ ਇਕਾਈ ਹੈਗੀ ਹੈ। ਸੈੱਲ ਦੀ ਖੋਜ ਰੌਬਰਟ ਹੁੱਕ ਨੇ 1665 ਦੇ ਵਿੱਚ ਕੀਤੀ। ਕਿਸ ਨੇ ਕੀਤੀ? ਰੌਬਰਟ ਹੁੱਕ ਨੇ 1665। ਇਸਨੇ ਇੱਕ ਕੌਰਕ ਦਰਖਤ ਦੇ ਇੱਕ ਕੌਰਕ ਦੀ ਛਿੱਲ ਦੇਖੇ ਤਾਂ ਉਹਨੂੰ ਮਧੂਮੱਖੀ ਦੇ ਜਿਵੇਂ ਛੱਤਿਆਂ 'ਚ ਇੱਦਾਂ ਹੈਕਸਾਗਨਲ ਸੈੱਲ ਦਿਖਾਈ ਦਿੱਤੇ, 6 ਭੁਜੀ ਹੈਕਸਾਗਨਲ ਸੈੱਲ ਰੌਬਰਟ ਹੁੱਕ ਨੇ 1665 ਦੇ ਵਿੱਚ। ਤਾਂ ਜੋ ਇਹਨਾਂ ਹੈਕਸਾਗਨਲ ਸੈੱਲਾਂ ਨੂੰ ਉਸਨੇ ਸੈੱਲ ਦਾ ਨਾਮ ਦਿੱਤਾ। ਜੀਵਤ ਸੈੱਲ ਜਿਹੜੇ ਹੈਗੇ ਸੂਖਮਦਰਸ਼ੀ ਨਾਲ ਦੇਖ ਸਕਦੇ ਹਾਂ, ਮਾਈਕਰੋਸਕੋਪ ਦੀ ਸਹਾਇਤਾ ਨਾਲ ਅਸੀਂ ਸੈੱਲਾਂ ਨੂੰ ਦੇਖ ਸਕਦੇ ਹਾਂ। ਸੈੱਲ ਜਿਹੜੇ ਹੁੰਦੇ ਆ ਉਹ ਰਚਨਾਤਮਕ ਅਤੇ ਕਿਰਿਆਤਮਕ ਇਕਾਈ ਹੁੰਦੇ ਆ। ਜਿਵੇਂ ਸਾਡਾ ਇੱਕ ਮਕਾਨ ਹੈ, ਛੋਟੀ ਛੋਟੀ ਇੱਟਾਂ ਤੋਂ ਬਣਿਆ, ਠੀਕ ਹੈ, ਐਵੇਂ ਸਾਡਾ ਸੈੱਲ ਵੀ ਕੀ ਹੈ? ਉਹ ਤੋਂ ਬਣਿਆ ਹੈਗਾ। ਸਾਡਾ ਸਰੀਰ ਵੀ ਮਨੁੱਖੀ ਸਰੀਰ ਜਾਂ ਹੋਰ ਜੀਵ ਜੰਤੂ ਪੌਦੇ ਇਹ ਕੀ ਹੈ? ਸੈੱਲਾਂ ਦੇ ਬਣੇ ਹੋਏ ਆ। ਅਸੀਂ ਪਿਆਜ਼ ਦੀ ਝਿੱਲੀ ਲੈ ਕੇ ਇੱਕ ਸਲਾਈਡ ਬਣਾਈ ਹੈਗੀ ਹੈ। ਤਾਂ ਇਹ ਅਨੀਅਨ ਪੀਲ ਦੇ ਇੱਦਾਂ ਕਰਕੇ ਇੱਕ ਸੈੱਲ ਹੈਗਾ, ਜਿਹਦੇ ਵਿੱਚ ਇਸ ਨੂੰ ਕੀ ਕਹਿੰਦੇ ਆ? ਪਲਾਜ਼ਮਾ ਝਿੱਲੀ ਬੋਲਾਂਗੇ। ਔਰ ਇਹਦੇ ਵਿੱਚ ਜੋ ਦਰਵ ਹੋਏਗਾ ਉਹਨੂੰ ਸਾਈਟੋਪਲਾਜ਼ਮ ਕਹਿੰਦੇ ਆ, ਜਾਂ ਸੈੱਲ ਦਰਵ ਬੋਲੋਗੇ, ਸੈੱਲ ਦਰਵ ਕਹਿੰਦੇ ਆ। ਔਰ ਇਹਦੇ ਵਿੱਚ ਕੀ ਹੁੰਦਾ? ਕੇਂਦਰਕ ਨਿਊਕਲੀਅਸ, ਜਿਹਨੂੰ ਕੇਂਦਰਕ ਜਾਂ ਨਿਊਕਲੀਅਸ ਕਹਿੰਦੇ ਆ। ਇਹਦੇ ਵਿੱਚ DNA ਹੋਏਗਾ। DNA ਅਨੁਵੰਸ਼ਿਕਤਾ ਦਾ ਮਟੀਰੀਅਲ ਹੈਗਾ, ਇਹਦੇ ਉੱਤੇ ਜੀਨਸ ਲੱਗੇ ਹੁੰਦੇ ਆ। ਤਾਂ ਬੇਸਿਕ ਸਟਰਕਚਰ ਸੈੱਲ ਦੀ ਕੀ ਹੈ? ਪਲਾਜ਼ਮਾ ਝਿੱਲੀ, ਸੈੱਲ ਦਰਵ ਔਰ ਨਿਊਕਲੀਅਸ, ਇਹਦੇ ਵਿੱਚ DNA ਹੁੰਦਾ। ਪਲਾਜ਼ਮਾ ਝਿੱਲੀ, ਠੀਕ ਹੈ, ਪਲਾਜ਼ਮਾ ਮੈਂਬਰੇਨ, ਸਾਈਟੋਪਲਾਜ਼ਮ ਕਹਿੰਦੇ ਆ। ਔਰ ਆ ਕੀ ਹੋ ਗਿਆ? ਨਿਊਕਲੀਅਸ। ਇਹ ਇੱਕ ਸੈੱਲ ਦੀ ਬੇਸਿਕ ਸਟਰਕਚਰ ਹੈਗੀ ਆ। ਤਾਂ ਅਸੀਂ ਪਿਆਜ਼ ਦੀ ਝਿੱਲੀ ਦੀ ਸਲਾਈਡ ਬਣਾ ਕੇ ਅਸੀਂ ਦੇਖ ਸਕਦੇ ਹੈਗੇ ਆ। ਅਲੱਗ ਅਲੱਗ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਹਨ, ਇਹਨਾਂ ਨੂੰ ਅਸੀਂ ਮਾਈਕਰੋਸਕੋਪ ਜਾਂ ਸੂਖਮਦਰਸ਼ੀ ਦੀ ਸਹਾਇਤਾ ਨਾਲ ਹੀ ਦੇਖ ਸਕਦੇ ਹਾਂ। ਸੈੱਲਾਂ ਦੀ ਗਿਣਤੀ ਅਲੱਗ ਅਲੱਗ ਹੁੰਦੀ ਹੈ, ਠੀਕ ਹੈ। ਵਿਸ਼ਾਲ ਜੰਤੂ ਹੋਣਗੇ ਉਹਨਾਂ 'ਚ ਜ਼ਿਆਦਾ ਹੋਏਗੀ। ਇੱਕ ਸੈੱਲੀ ਜੰਤੂ ਦਿਖਾਇਆ ਜਿਵੇਂ ਅਮੀਬਾ। ਇਸ 'ਚ ਕੀ ਹੋ ਗਈ? ਪਲਾਜ਼ਮਾ ਝਿੱਲੀ ਅਮੀਬਾ ਦੇ ਵਿੱਚ, ਅਤੇ ਅੰਦਰ ਸੈੱਲ ਦਰਵ, ਅਤੇ ਕੀ ਹੋ ਗਿਆ? ਨਿਊਕਲੀਅਸ। ਸੇਮ ਪੈਰਾਮੀਸ਼ੀਅਮ ਦਿਖਾਇਆ। ਪੈਰਾਮੀਸ਼ੀਅਮ, ਇਸ 'ਚ ਵੀ ਇੱਕ ਸੈੱਲਾਂ ਜੰਤੂ, ਇੱਕੋ ਹੀ ਸੈੱਲ ਸਾਰੀਆਂ ਮੈਟਾਬੋਲਿਕ, ਜਿਵੇਂ ਆਕਸੀਜਨ ਦਾ ਇਨਟੇਕ, ਕਾਰਬਨ ਬਾਹਰ ਨਿਕਲਣੀ, ਪਾਣੀ ਦਾ ਅੰਦਰ ਬਾਹਰ ਜਾਣਾ, ਭੋਜਨ ਦਾ ਸੈੱਲ ਰਾਹੀਂ ਅੰਦਰ ਬਾਹਰ ਜਾਣਾ, ਇਹ ਸਾਰਾ ਕੀ ਆ? ਅਮੀਬਾ ਦੇ ਵਿੱਚ ਇੱਕ ਸੈੱਲ ਰਾਹੀਂ ਹੁੰਦਾ ਹੈ। ਇੱਕ ਸੈੱਲ ਜੀਵਾਂ ਵਿੱਚ ਅੰਤਰ ਗ੍ਰਹਿਣ ਵਿਧੀ ਰਾਹੀਂ ਸਾਹ ਕਿਰਿਆ, ਮਲ ਤਿਆਗ, ਵਾਧਾ, ਪ੍ਰਜਨਨ ਸਾਰਾ ਕੁਛ ਇੱਕ ਸੈੱਲ ਰਾਹੀਂ ਹੁੰਦਾ ਹੈ। ਪਰ ਬਹੁ ਸੈੱਲੇ ਜੀਵਾਂ ਦੇ ਵਿੱਚ ਸੈੱਲਾਂ ਦਾ ਸਮੂਹ ਮਿਲ ਕੇ ਕੀ ਬਣਾਉਂਦਾ? ਟਿਸ਼ੂ ਤੋਂ ਅੰਗ ਬਣਦੇ ਆ। ਤਾਂ ਉਹ ਕੀ ਹੋ ਗਏ? ਬਹੁ ਸੈੱਲੇ ਜੀਵ। ਤੁਸੀਂ ਛੱਪੜ ਦੇ ਪਾਣੀ ਦੀ ਇੱਕ ਡਰੋਪ ਲੈ ਕੇ ਸਲਾਈਡ ਬਣਾ ਕੇ ਮਾਈਕਰੋਸਕੋਪ ਅੰਡਰ ਦੇਖ ਸਕਦੇ ਹੋ। ਤੁਹਾਨੂੰ ਅਮੀਬਾ, ਪੈਰਾਮੀਸ਼ੀਅਮ ਇੱਦਾਂ ਦੇ ਛੋਟੇ ਛੋਟੇ ਇੱਕ ਸੈੱਲੇ ਜੰਤੂ ਦਿਖਾਈ ਦੇਣਗੇ। ਉਸ ਤੋਂ ਬਾਅਦ ਹੈਗਾ ਸੈੱਲ ਦੀ ਬਣਤਰ। ਸੈੱਲ ਦੀ ਬਣਤਰ ਅਲੱਗ ਅਲੱਗ ਤਰ੍ਹਾਂ ਦੀ ਹੁੰਦੀ ਹੈ, ਠੀਕ ਹੈ। ਅਮੀਬਾ ਜੋ ਹੈ ਸੂਡੋਪੋਡੀਆ ਚੁਬਾਸੀ ਪੈਰ ਦੀ ਹੈਲਪ ਨਾਲ ਗਤੀ ਕਰਦਾ ਹੈਗਾ। ਅਮੀਬਾ ਇਹ, ਠੀਕ ਹੈ, ਇਹਦੇ ਸੂਡੋਪੋਡੀਆ ਦੀ ਹੈਲਪ ਨਾਲ ਗਤੀ ਕਰਦਾ। ਔਰ ਇਹ ਪੈਰਾਮੀਸ਼ੀਅਮ ਹੈ। ਪੈਰਾਮੀਸ਼ੀਅਮ ਦੇ ਬਾਹਰ ਸਰਫੇਸ 'ਤੇ ਕੀ ਲੱਗੇ ਹੈਗੇ ਆ? ਸਿਲੀਆ ਲੱਗੇ ਹੁੰਦੇ ਆ। ਸਿਲੀਆ ਦੀ ਹੈਲਪ ਨਾਲ ਇਹ ਕੀ ਕਰਦਾ? ਲੋਕੋਮੋਸ਼ਨ, ਗਤੀ ਕਰਦਾ ਹੈਗਾ। ਅਮੀਬਾ ਜੋ ਹੈ ਸੂਡੋਪੋਡੀਆ ਬਾਸੀ ਪੈਰ ਦੀ ਹੈਲਪ ਨਾਲ ਇਹ ਗਤੀ ਕਰਦਾ। ਅਤੇ ਅਮੀਬਾ ਜੋ ਹੈ ਅੰਤਰ ਗ੍ਰਹਿਣ ਵਿਧੀ ਦਾ ਮੀਨਸ ਆ ਕੀ ਆ? ਅਮੀਬਾ ਹੋ ਗਿਆ। ਇਹਦੇ ਵਿੱਚ ਆ ਸੈੱਲ, ਤਾਂ ਇੱਥੇ ਫੂਡ ਆਇਆ, ਇਹਦੇ ਵਿੱਚ ਫੂਡ, ਠੀਕ ਹੈ, ਡਾਇਜੈਸਟ ਹੋ ਗਿਆ, ਪਾਚਕ ਰਸਾਂ ਰਾਹੀਂ ਸੈੱਲ ਦਰਵ 'ਚ ਚਲਾ ਗਿਆ। ਔਰ ਸੈੱਲ ਝਿੱਲੀ ਰਾਹੀਂ ਹੀ ਮਲ ਤਿਆਗ ਦਾ ਨਿਕਾਸ ਹੁੰਦਾ ਹੈ। ਸੈੱਲ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਹਨ, ਗੋਲ, ਚਪਟੇ,
ਔਰ ਸਪਿੰਡਲ ਸ਼ੇਪ ਨਿਊਰੋਨਸ, ਠੀਕ ਹੈ, ਬ੍ਰੇਨ ਦੇ ਸੈੱਲ ਦਿਖਾਏ ਆ ਵਾਲੇ, ਨਾੜੀ ਸੈੱਲ, ਹਾਰਟ ਦੇ ਸੈੱਲ, ਪੇਸ਼ੀ ਅਤੇ RBC ਜਿਹੜੇ ਸਾਡੇ ਗੋਲ ਹੁੰਦੇ ਹਨ। ਸੈੱਲਾਂ ਦੇ ਆਕਾਰ ਅਲੱਗ ਅਲੱਗ ਹੈ, ਕੋਈ ਛੋਟਾ ਕੋਈ ਵੱਡਾ, ਔਰ ਇਹਨਾਂ ਦੇ ਸਾਈਜ਼ ਮਾਈਕਰੋ, ਮਿਲੀ ਮਾਈਕਰੋ ਤੋਂ ਮਿਲੀਮੀਟਰ ਤੱਕ ਹੁੰਦੇ ਆ। ਤੁਸੀਂ ਇੱਕ ਉਬਲਾ ਅੰਡਾ ਲਓ, ਠੀਕ ਹੈ, ਉਹਦੇ ਅੰਦਰ ਇੱਕ ਜਿਹੜਾ ਸਫੇਦ ਭਾਗ ਹੈ ਉਹ ਐਲਬਿਊਮਿਨ ਹੁੰਦਾ, ਔਰ ਪੀਲਾ ਭਾਗ ਕੀ ਹੁੰਦਾ, ਯੋਕ ਹੁੰਦਾ, ਉਹ ਇੱਕ ਕੰਪਲੀਟ ਐਗ ਹੈ। ਔਰ ਜੋ ਕੈਲਸ਼ੀਅਮ ਕਾਰਬੋਨੇਟ ਦਾ ਸ਼ੈੱਲ ਬਣਿਆ ਹੁੰਦਾ ਉਹਦੇ ਨਾਲ ਪਲਾਜ਼ਮਾ ਮੈਂਬਰੇਨ ਵੀ ਸੈਪਰੇਟ ਕਰ ਸਕਦੇ ਹੈਗੇ ਹੋ। ਸੈੱਲ ਦੀ ਬਣਤਰ ਅਤੇ ਕਾਰਜ, ਇੱਕ ਸੈੱਲ ਦੇ ਵਿੱਚ ਹੀ ਸਾਰਾ ਕੁਛ ਹੁੰਦਾ, ਜਿਵੇਂ ਪਾਚਨ, ਠੀਕ ਹੈ, ਸੋਖਣ ਵਗੈਰਾ, ਸਾਹ ਕਿਰਿਆ, ਭੋਜਨ ਦਾ ਡਾਇਜੈਸਟ ਹੋਣਾ, ਇਹ ਸਾਰਾ ਕੁਛ ਸੈੱਲ ਦੇ ਵਿੱਚ ਹੀ ਹੁੰਦਾ। ਉਸ ਤੋਂ ਬਾਅਦ ਸੈੱਲ ਦੇ ਭਾਗ, ਸੈੱਲ ਦੇ ਭਾਗ ਪਹਿਲਾ ਹੈਗਾ ਪਲਾਜ਼ਮਾ ਮੈਂਬਰੇਨ, ਜਾਂ ਜਿਹਨੂੰ ਕੀ ਕਹਿੰਦੇ ਆ ਸੈੱਲ ਮੈਂਬਰੇਨ ਕਹਾਂਗੇ। ਸੈੱਲ ਝਿੱਲੀ, ਸੈੱਲ ਝਿੱਲੀ ਜਿਹੜੀ ਹੈਗੀ ਹੈ ਮੁਸਾਮਦਾਰ ਹੁੰਦੀ ਹੈ, ਇਹਦੇ ਵਿੱਚ ਛੋਟੇ ਛੋਟੇ ਛੇਕ ਹੋਣਗੇ ਜਿਨ੍ਹਾਂ ਰਾਹੀਂ ਆਕਸੀਜਨ ਵਗੈਰਾ, ਪਾਣੀ, ਕਾਰਬੋਹਾਈਡਰੇਟ, ਪ੍ਰੋਟੀਨਸ ਵਗੈਰਾ ਸੈੱਲ ਦੇ ਅੰਦਰ ਬਾਹਰ ਪ੍ਰਸਰਨ ਕਰ ਸਕਦੇ ਆ। ਤਾਂ ਇਹ ਮੁਸਾਮਦਾਰ ਹੁੰਦੀ ਹੈ, ਪਲਾਜ਼ਮਾ ਝਿੱਲੀ ਕਹਿੰਦੇ ਹਨ। ਇਹ ਚੋਣਵੇਂ ਪਦਾਰਥਾਂ ਨੂੰ ਹੀ ਅੰਦਰ ਬਾਹਰ ਜਾਣ ਦਿੰਦੀ ਹੈ, ਤਾਂ ਕਰਕੇ ਇਹਨੂੰ ਸੈਮੀ ਪਰਮੀਏਬਲ ਮੈਂਬਰੇਨ ਕਹਿੰਦੇ ਹਾਂ ਅਸੀਂ, ਠੀਕ ਹੈ। ਸਿਲੈਕਟਿਵ ਚੀਜ਼ਾਂ ਨੂੰ ਹੀ ਇਹ ਅੰਦਰ ਜਾਣ ਦੇਗੀ ਜਿਹੜੇ ਸੈੱਲ ਦੇ ਅੰਦਰ ਜਾ ਸਕਦੇ ਹਨ। ਅਤੇ ਤੁਸੀਂ ਪਿਆਜ਼ ਦੀ ਇੱਕ ਝਿੱਲੀ ਲੈ ਕੇ ਉਹਦੇ ਉੱਤੇ ਮਿਥਾਈਲੀਨ ਬਲਿਊ ਨਾਮ ਦੀ ਡਾਈ ਪਾਓਗੇ, ਮੈਥਾਈਲੀਨ ਬਲਿਊ ਇੰਡੀਕੇਟਰ ਕਲਰ ਪਾ ਕੇ, ਠੀਕ ਹੈ, ਸਟੇਨ ਪਾ ਕੇ ਤੁਸੀਂ ਉਹਦੇ ਉੱਤੇ ਕਵਰ ਸਲਿੱਪ ਰੱਖ ਕੇ ਉਹਨੂੰ ਮਾਈਕਰੋਸਕੋਪ 'ਚ ਦੇਖ ਸਕਦੇ ਹੋਗੇ ਹੋ। ਪਿਆਜ਼ ਦੀ ਝਿੱਲੀ ਦੀ ਇਹ ਸਲਾਈਡ ਦਿਖਾਈ ਹੈਗੀ ਹੈ। ਸੈੱਲ ਨਿਊਕਲੀਅਸ, ਸੈੱਲ ਕੰਧ, ਕੇਂਦਰਕ ਅਤੇ ਸੈੱਲ ਦਰਵ, ਠੀਕ ਹੈ, ਤਿੰਨ ਚੀਜ਼ਾਂ ਤੁਸੀਂ ਦਿਖਾਉਣੀਆਂ ਹੈਗੀਆਂ ਸੈੱਲ ਦੇ ਵਿੱਚ ਹੁੰਦੀਆਂ ਹਨ। ਇਸ ਤੋਂ ਬਿਨਾਂ ਜਿਹੜੇ ਪੌਦੇ ਸੈੱਲ ਹੁੰਦੇ ਆ ਉਹਨਾਂ ਦੇ ਵਿੱਚ ਸੈੱਲ ਕੰਧ ਵੀ ਹੁੰਦੀ ਆ। ਕੀ ਹੈ? ਸੈੱਲ ਝਿੱਲੀ। ਇਸ ਤੋਂ ਬਿਨਾਂ ਸੈਲੂਲੋਜ਼ ਦੀ ਬਣੀ ਹੋਈ ਸੈੱਲ ਕੰਧ ਵੀ ਹੁੰਦੀ ਆ, ਜਿਹਨੂੰ ਸੈੱਲ ਵਾਲ ਕਹਿੰਦੇ ਆ। ਸੈੱਲ ਵਾਲ ਵੀ ਹੁੰਦੀ ਹੈ। ਇੱਥੇ ਕਿਆ ਹੋਏਗੀ? ਸੈੱਲ ਵਾਲ ਕਹਿੰਦੇ ਆ, ਜਿਹਨੂੰ ਸੈੱਲ ਕੰਧ ਅਸੀਂ ਕਹਿ ਸਕਦੇ ਹਾਂ, ਠੀਕ ਹੈ। ਸੈੱਲ ਦੇ ਵਿੱਚ ਕਾਹਦੀ ਬਣੀ ਹੁੰਦੀ ਹੈ? ਸੈਲੂਲੋਜ਼ ਦੀ ਬਣੀ ਹੋਈ ਸੈੱਲ ਕੰਧ ਹੁੰਦੀ ਹੈ। ਅਤੇ ਇਹਦੇ ਨਾਲ ਪੌਦਾ ਸੈੱਲਾਂ ਨੂੰ ਤਾਪਮਾਨ ਵਿੱਚ ਪਰਿਵਰਤਨ, ਤੇਜ਼ ਗਤੀ ਦੀਆਂ ਹਵਾਵਾਂ, ਨਮੀ ਅਤੇ ਹੋਰ ਵਾਤਾਵਰਨ ਭਿੰਨ ਭਿੰਨ ਪਰਿਵਰਤਨਾਂ ਤੋਂ ਸੁਰੱਖਿਅਤ ਰੱਖਦੀ ਹੈ। ਸੈੱਲ ਕੰਧ ਕਾਹਦੀ ਹੁੰਦੀ ਹੈ? ਸੈਲੂਲੋਜ਼ ਦੀ ਬਣੀ ਹੋਈ ਕੰਧ ਕਾਹਦੀ ਬਣੀ ਹੁੰਦੀ ਹੈ? ਸੈਲੂਲੋਜ਼ ਦੀ। ਇਹ ਪੌਦਿਆਂ ਨੂੰ ਤਾਪਮਾਨ ਪਰਿਵਰਤਨ, ਹਵਾ ਤੋਂ, ਨਮੀ ਤੋਂ ਅਤੇ ਵਾਤਾਵਰਨ ਵਿੱਚ ਹੋਣ ਵਾਲੇ ਪਰਿਵਰਤਨਾਂ ਤੋਂ ਸੁਰੱਖਿਅਤ ਰੱਖਦੀ ਹੈ। ਤੁਸੀਂ ਇਲੋਡੀਆ ਰੋਈਓ ਟ੍ਰੈਡਸਕੈਂਸੀਆ ਦੇ ਪੱਤਿਆਂ ਦੀ ਤੋਂ ਸੈੱਲ ਝਿੱਲੀ ਨੂੰ ਦੇਖ ਸਕਦੇ ਹੋ, ਔਰ ਸੈੱਲ ਕੰਧ ਵੀ ਦੇਖ ਸਕਦੇ ਹੋ, ਠੀਕ ਹੈ। ਜਾਂ ਗੱਲ ਦੇ ਐਪੀਥੀਲੀਅਮ ਟਿਸ਼ੂ ਲੈ ਕੇ ਆਇਓਡੀਨ ਨਾ ਹੋਣ 'ਤੇ ਮੈਥਿਲੀਨ ਬਲਿਊ ਤੁਸੀਂ ਪਾ ਕੇ ਸਲਾਈਡ ਬਣਾ ਸਕਦੇ ਹੋ, ਜਿਸ ਰਾਹੀਂ ਤੁਸੀਂ ਗੱਲ ਦੇ ਐਪੀਥੀਲੀਅਲ ਚੀਕ ਸੈੱਲਸ ਦੀ ਸਲਾਈਡ ਦਿਖਾਈ ਹੈਗੀ ਆ, ਇਹ ਦੇਖ ਸਕਦੇ ਹੋ। ਉਸ ਤੋਂ ਬਾਅਦ ਹੈਗਾ ਸਾਈਟੋਪਲਾਜ਼ਮ ਜਾਂ ਸੈੱਲ। ਇਹ ਜੈਲੀ ਵਰਗਾ ਹੁੰਦਾ, ਇਹਦੇ ਵਿੱਚ ਕੇਂਦਰਕ ਪਿਆ ਹੁੰਦਾ, ਅਤੇ ਇਹਦੇ ਵਿੱਚ ਜਿਵੇਂ ਮਾਈਟੋਕੌਂਡਰੀਆ, ਗੋਲਜੀ ਬੋਡੀ, ਰਾਈਬੋਸੋਮ ਵਗੈਰਾ ਇਹ ਸੈੱਲ ਦਰਵ ਦੇ ਵਿੱਚ ਪਏ ਹੁੰਦੇ ਆ। ਉਸ ਤੋਂ ਬਾਅਦ ਹੈਗੇ ਕੇਂਦਰਕ। ਕੇਂਦਰਕ ਕੀ ਆ? ਸੈਂਟਰ 'ਚ ਪਿਆ ਹੁੰਦਾ। ਨਿਊਕਲੀਅਸ ਡਬਲ ਲੇਅਰ ਹੁੰਦਾ, ਡਬਲ ਲੇਅਰ ਹੋਣ ਕਰਕੇ ਆ ਕੀ ਹੋ ਗਈ ਇਹਦੀ? ਕੇਂਦਰਕ ਝਿੱਲੀ। ਇਹ ਵੀ ਮੁਸਾਮਦਾਰ ਹੁੰਦੀ ਹੈ, ਠੀਕ ਹੈ। ਔਰ ਇਹਦੇ ਵਿੱਚ DNA ਪਿਆ ਹੁੰਦਾ। DNA 'ਤੇ ਕੀ ਲੱਗੇ ਹੁੰਦੇ ਆ? ਜੀਨਸ ਲੱਗੇ ਹੋਣਗੇ, ਜਿਹੜੇ ਕਿ ਜੈਨੇਟਿਕ ਮਟੀਰੀਅਲ ਹੁੰਦੇ ਆ, ਠੀਕ ਹੈ। ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਜਾਂਦੇ ਹਨ।
ਨਿਊਕਲੀਅਸ ਦੇ ਵਿੱਚ DNA ਹੁੰਦਾ। DNA ਉੱਤੇ ਕਿਆ ਹੁੰਦੇ ਆ, ਜੀਨਸ ਲੱਗੇ ਹੁੰਦੇ ਆ। DNA ਸੁੰਗੜ ਕੇ ਕੀ ਬਣਾਉਣਗੇ, ਕ੍ਰੋਮੋਸੋਮ ਬਣਾਉਣਗੇ। ਕ੍ਰੋਮੋਸੋਮਸ ਦੇ ਉੱਤੇ ਜੀਨਸ ਲੱਗੇ ਹੁੰਦੇ ਆ ਜਿਹੜੇ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਜਾਂਦੇ ਹਨ। ਫਿਰ ਹੈਗਾ ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਸੈੱਲ। ਇਹਦੇ ਵਿੱਚ ਬੈਕਟੀਰੀਆ ਦੇ ਵਿੱਚ RNA ਹੁੰਦਾ। RNA ਸਿੱਧਾ ਸਾਈਟੋਪਲਾਜ਼ਮ ਦੇ ਵਿੱਚ ਪਿਆ ਹੈਗਾ, ਠੀਕ ਹੈ। ਬੈਕਟੀਰੀਆ ਦੀ ਐਗਜ਼ਾਮਪਲ ਹੈਗੀ ਹੈ। ਯੂਕੈਰੀਓਟਿਕ 'ਚ ਜੋ ਸੈੱਲ ਹੈ, ਪਲਾਜ਼ਮਾ ਮੈਂਬਰੇਨ, ਨਿਊਕਲੀਅਰ ਮੈਂਬਰੇਨ ਹੁੰਦੀ ਹੈ, ਠੀਕ ਹੈ। ਇਹ ਮੇਨ ਡਿਫਰੈਂਸ ਹੈਗਾ ਯੂਕੈਰੀਓਟਿਕ ਅਤੇ ਪ੍ਰੋਕੈਰੀਓਟਿਕ 'ਚ। ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ 'ਚ ਕੀ ਹੈ, ਜਿਵੇਂ ਬੈਕਟੀਰੀਆ ਦੀ ਐਗਜ਼ਾਮਪਲ ਲੈਂਦੇ ਹਾਂ। RNA ਜੈਨੇਟਿਕ ਮਟੀਰੀਅਲ ਹੋਊਗਾ, ਸਿੱਧਾ ਸਾਈਟੋਪਲਾਜ਼ਮ 'ਚ ਪਿਆ। ਯੂਕੈਰੀਓਟਿਕ ਸੈੱਲਾਂ 'ਚ DNA ਹੁੰਦਾ ਜਿਹੜਾ ਕਿ ਨਿਊਕਲੀਅਸ ਦੇ ਵਿੱਚ ਪਿਆ ਹੈਗਾ। DNA ਡੀਆਕਸੀ ਨਿਊਕਲਿਕ ਐਸਿਡ, ਇਹ ਕਿੱਥੇ ਪਿਆ ਹੈਗਾ, ਨਿਊਕਲੀਅਸ ਦੇ ਵਿੱਚ। ਇਹ ਮੇਨ ਡਿਫਰੈਂਸ ਹੈਗਾ। ਤੁਸੀਂ ਅੱਧੋ ਵੱਧ ਪੌਦਾ ਸੈੱਲ ਅਤੇ ਜੰਤੂ ਸੈੱਲ ਦੇ ਵਿੱਚ ਅੰਤਰ ਦੇਖੋ ਕਿਆ ਕਿਆ ਹੈਗੇ ਆ। ਆਹ ਕੀ ਦਿਖਾਇਆ, ਜੰਤੂ ਸੈੱਲ ਦਿਖਾਇਆ, ਠੀਕ ਆ। ਇਹਦੇ ਵਿੱਚ ਪਲਾਜ਼ਮਾ ਮੈਂਬਰੇਨ ਹੈ, ਸੈੱਲ ਝਿੱਲੀ, ਨਿਊਕਲੀਅਸ ਹੈ ਔਰ ਸਾਈਟੋਪਲਾਜ਼ਮ ਹੈਗਾ, ਠੀਕ ਹੈ। ਪਰ ਪੌਦਾ ਸੈੱਲ ਦੇ ਵਿੱਚ ਸਾਈਡ 'ਤੇ ਕਿਆ ਇਹ ਸੈਲੂਲੋਜ਼ ਦੀ ਬਣੀ ਹੋਈ ਸੈੱਲ ਕੰਧ ਵੀ ਹੁੰਦੀ ਹੈ ਜਿਹੜੀ ਕਿ ਪੌਦੇ ਇਹਨੂੰ ਤਾਪਮਾਨ, ਪ੍ਰੈਸ਼ਰ, ਟੈਂਪਰੇਚਰ, ਸਟਰੈਂਥ, ਮਜ਼ਬੂਤੀ ਪ੍ਰੋਵਾਈਡ ਕਰਦੀ ਹੈ ਅਤੇ ਵਾਤਾਵਰਨ ਦੇ ਵਿੱਚ ਹੋਣ ਵਾਲੀ ਨਮੀ, ਇੱਦਾਂ ਕਰਕੇ ਇਹਦੇ ਸਾਈਡਾਂ 'ਤੇ ਇੱਕ ਸੈੱਲ ਕੰਧ ਵੀ ਹੁੰਦੀ ਹੈ, ਠੀਕ ਹੈ। ਹੋਰ ਕੀ ਹੈ, ਇਹਦੇ ਵਿੱਚ ਵੈਕਿਊਲ ਰਸਧਾਨੀ ਜੋ ਹੈ ਜਿਹਦੇ ਵਿੱਚ ਪਾਣੀ ਅਤੇ ਨਮਕ ਦਾ ਘੋਲ ਹੁੰਦਾ, ਉਹ ਵੱਡੀ ਹੁੰਦੀ ਹੈ, ਜਿਸ ਕਰਕੇ ਨਿਊਕਲੀਅਸ ਕੀ ਹੈ, ਸਾਈਡ 'ਤੇ ਚਲਾ ਜਾਂਦਾ ਹੈ। ਜਦੋਂ ਕਿ ਜੰਤੂ ਸੈੱਲ ਦੇ ਵਿੱਚ ਬਹੁਤ ਸਾਰੀਆਂ ਰਸਧਾਨੀਆਂ ਵੈਕਿਊਲ ਪਈਆਂ ਹੁੰਦੀਆਂ। ਵੈਕਿਊਲ ਦੇ ਵਿੱਚ ਕੀ ਹੁੰਦਾ, ਨਮਕ ਅਤੇ ਪਾਣੀ ਦਾ ਘੋਲ ਹੁੰਦਾ। ਤਾਂ ਇੱਦਾਂ ਪੌਦਾ ਅਤੇ ਜੰਤੂ ਸੈੱਲ ਦੇ ਵਿੱਚ ਕੀ ਫਰਕ ਹੈ, ਪੌਦਾ ਸੈੱਲ ਦੇ ਵਿੱਚ ਸੈੱਲ ਕੰਧ ਹੁੰਦੀ ਹੈ, ਠੀਕ ਹੈ, ਜੰਤੂ ਸੈੱਲ 'ਚ ਨਹੀਂ ਹੁੰਦੀ, ਠੀਕ ਹੈ। ਇਹ ਇਸ 'ਚ ਹੁੰਦੀ ਹੈ, ਸੈੱਲ ਵਾਲ ਹੁੰਦੀ ਹੈ, ਇਸ 'ਚ ਨਹੀਂ ਹੁੰਦੀ। ਬਾਕੀ ਸਾਰਾ ਕੁਛ ਸੇਮ ਹੈਗਾ। ਜੰਤੂ ਸੈੱਲਾਂ 'ਚ ਪਲਾਸਟਿਡ ਹੁੰਦੇ ਆ, ਇਸ 'ਚ ਪਲਾਸਟਿਡ ਪੌਦਾ ਸੈੱਲ 'ਚ ਨਹੀਂ ਹੁੰਦੇ, ਠੀਕ ਹੈ। ਕੇਂਦਰਕ ਦੋਨਾਂ 'ਚ ਹੁੰਦਾ, ਪਲਾਜ਼ਮਾ ਮੈਂਬਰੇਨ ਦੋਨਾਂ 'ਚ ਹੁੰਦੀ ਹੈ, ਸਾਈਟੋਪਲਾਜ਼ਮ ਦੋਨਾਂ 'ਚ ਹੁੰਦਾ, ਪਲਾਜ਼ਮਾ ਮੈਂਬਰੇਨ ਦੋਨਾਂ 'ਚ ਹੁੰਦੀ ਹੈ, ਪਰ ਸੈੱਲ ਕੰਧ ਜੰਤੂ ਸੈੱਲ 'ਚ ਨਹੀਂ ਹੁੰਦੀ। ਤਾਂ ਇੱਦਾਂ ਤੁਸੀਂ ਅੰਤਰ ਕਰ ਸਕਦੇ ਹੈਗੇ ਹੋ। ਇਸ ਲੈਸਨ 'ਚ ਸਿਰਫ ਇੰਨਾ ਹੀ ਕਰਨਾ ਕਿ ਆਹ ਸੈੱਲ ਹੈ, ਪਲਾਜ਼ਮਾ ਮੈਂਬਰੇਨ ਹੈ, ਸਾਈਟੋਪਲਾਜ਼ਮ, ਨਿਊਕਲੀਅਸ, ਠੀਕ ਹੈ, DNA, ਫਿਰ ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਸੈੱਲ 'ਚ ਅੰਤਰ ਕਰਨਾ, ਪਲਾਂਟ ਸੈੱਲ ਅਤੇ ਐਨੀਮਲ ਸੈੱਲ 'ਚ ਅੰਤਰ ਕਰਨਾ। ਔਰ ਰਿਲੇਟਡ ਟੋਪਿਕ ਦੀਆਂ ਤੁਹਾਨੂੰ ਸੈਪਰੇਟ ਵਰਕਸ਼ੀਟਸ ਭੇਜ ਦਿੱਤੀਆਂ ਜਾਣਗੀਆਂ, ਠੀਕ ਹੈ। ਵਰਕਸ਼ੀਟਸ ਕਹਿ ਲਓ ਜਾਂ ਡਾਇਗਰਾਮਸ ਰਿਲੇਟਡ ਤੁਹਾਨੂੰ ਪੇਜ ਅਲੱਗ ਭੇਜ ਦਿੱਤੇ ਜਾਣਗੇ। ਨਾਓ ਡੂ ਦੀ ਕੁਐਸ਼ਚਨਸ। ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਸੈੱਲੀ ਜੀਵਾਂ ਵਿੱਚ ਇੱਕ ਹੀ ਸੈੱਲ ਹੁੰਦਾ ਹੈ, ਠੀਕ। ਪੇਸ਼ੀ ਸੈੱਲ ਦੀਆਂ ਸ਼ਾਖਾਵਾਂ ਹੁੰਦੀਆਂ ਹਨ, ਠੀਕ ਹੈ। ਕਿਸੇ ਜੀਵ ਦੀ ਮੁੱਢਲੀ ਸੰਰਚਨਾ ਅੰਗ ਹੈ, ਨਹੀਂ, ਸੈੱਲ ਆਏਗਾ ਇੱਥੇ। ਅਮੀਬਾ ਦੀ ਆਕ੍ਰਿਤੀ ਅਨਿਯਮਿਤ ਹੁੰਦੀ ਹੈ, ਠੀਕ ਹੈ, ਠੀਕ ਹੈ। ਤਾਂ ਇਕੱਲਾ ਥਰਡ ਈਡੀ ਭਾਗ ਕੀ ਹੈ, ਗਲਤ ਹੈ, ਬਾਕੀ ਸਾਰੇ ਠੀਕ ਹੈ। ਨਾੜੀ ਸੈੱਲ ਦਾ ਚਿੱਤਰ ਬਣਾਓ। ਤਾਂ ਇੱਕ ਸੈੱਲ ਹੈ, ਸੈੱਲ ਦਾ ਜਿਹੜਾ ਸਾਈਟੋਪਲਾਜ਼ਮ ਹੈ ਉਹ ਕੀ ਹੈ, ਇੱਦਾਂ ਕਰਕੇ ਗਰੋ ਕਰ ਜਾਂਦਾ ਇੱਧਰ ਉੱਧਰ, ਅਤੇ ਇੱਥੋਂ ਇੱਦਾਂ ਕਰਕੇ ਬਣਾ ਸਕਦੇ ਹੋ ਤੁਸੀਂ, ਠੀਕ ਆ। ਆਹ ਕੀ ਹੋ ਗਏ, ਟਰਮੀਨਲ ਐਂਡ। ਨਿਊਕਲੀਅਸ ਹੋ ਗਿਆ ਕੇਂਦਰਕ, ਸਾਈਟੋਪਲਾਜ਼ਮ, ਔਰ ਸਾਈਟੋਪਲਾਜ਼ਮ ਹੀ ਇੱਧਰ ਉੱਧਰ ਫੈਲ ਜਾਂਦਾ, ਤਾਂ ਜਿਸ ਦੇ ਕਰਕੇ ਸਾਈਟੋਪਲਾਜ਼ਮ ਹੀ ਇਹ ਕੀ ਬਣਦੇ ਆ, ਡੈਂਡਰਾਈਟਸ ਬਣ ਜਾਣਗੇ, ਠੀਕ ਹੈ। ਇਹ ਤੋਂ ਕੀ ਬਣਦੇ ਆ, ਡੈਂਡਰਾਈਟਸ
ਡੈਂਡਰਾਈਟ, ਨਿਊਕਲੀਅਸ, ਸਾਈਟੋਪਲਾਜ਼ਮ, ਤੇ ਆ ਕੀ ਹੈ ਐਗਜ਼ੋਨ, ਟਰਮੀਨਲ ਐਂਡ। ਤਾਂ ਸਾਡੀ ਬਾਡੀ ਦਾ ਸਭ ਤੋਂ ਲੰਬਾ ਸੈੱਲ ਕੀ ਹੁੰਦਾ? ਨਾੜੀ ਸੈੱਲ ਹੁੰਦਾ। ਸਾਈਟੋਪਲਾਜ਼ਮ 'ਤੇ ਨੋਟ ਲਿਖੋ, ਸੈੱਲ ਦਰਵ ਨੂੰ ਅਸੀਂ ਕੀ ਕਹਿੰਦੇ ਹਾਂ? ਸਾਈਟੋਪਲਾਜ਼ਮ। ਇਹ ਜੈਲੀ ਵਰਗਾ ਪਦਾਰਥ ਹੁੰਦਾ, ਸੈੱਲ ਦੇ ਅੰਦਰ ਪਿਆ ਹੁੰਦਾ। ਇਹਦੇ ਵਿੱਚ ਸਾਰੇ ਨਿਕੜੇ ਅੰਗ ਹੁੰਦੇ ਆ, ਠੀਕ ਹੈ। ਸਾਈਟੋਪਲਾਜ਼ਮ ਆ ਦਿਖਾਇਆ ਹੈਗਾ ਤੁਹਾਡਾ ਜੋ ਡਾਟਡ ਹੈ। ਸਾਈਟੋਪਲਾਜ਼ਮ ਜੈਲੀ ਵਰਗਾ ਕਾਰਬੋਹਾਈਡਰੇਟ, ਪ੍ਰੋਟੀਨ, ਖਣਿਜ, ਲੂਣ ਇਹਨਾਂ ਦਾ ਮਿਕਸਚਰ ਹੁੰਦਾ। ਇਸ 'ਚ ਸਾਰੇ ਨਿਕੜੇ ਅੰਗ ਪਾਏ ਜਾਂਦੇ ਹਨ। ਸੈੱਲ ਦਾ ਕੇਂਦਰਕ ਨਿਊਕਲੀਅਸ ਹੈ। ਨਿਊਕਲੀਅਸ ਡਬਲ ਲੇਅਰ ਪਲਾਜ਼ਮਾ ਮੈਂਬਰੇਨ ਦੀ ਤਰ੍ਹਾਂ ਹੀ ਬਣਿਆ ਹੁੰਦਾ। ਇਹਦੇ ਵਿੱਚ DNA ਪਿਆ ਹੁੰਦਾ, ਅਨੁਵੰਸ਼ਿਕਤਾ ਦਾ ਜੈਨੇਟਿਕ ਮਟੀਰੀਅਲ, ਜਿਹੜਾ ਕਿ ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਤੱਕ ਜੀਨਸ ਨੂੰ ਲੈ ਕੇ ਜਾਂਦਾ ਅਤੇ ਨਿਊਕਲੀਅਰ ਹੀ ਡਿਵਾਈਡ ਹੁੰਦਾ ਸੈੱਲ ਡਿਵੀਜ਼ਨ ਦੇ ਦੌਰਾਨ। ਕਿਹੜੇ ਨਿਕੜੇ ਅੰਗ ਪਾਏ ਜਾਂਦੇ ਹਨ? ਮਾਈਟੋਕੌਂਡਰੀਆ ਕਲੋਰੋਪਲਾਸਟ ਪੌਦਿਆਂ ਦੇ ਵਿੱਚ ਹੁੰਦਾ। ਕਲੋਰੋਪਲਾਸਟ ਰਾਈਬੋਸੋਮਸ, ਐਂਡੋਪਲਾਜ਼ਮਿਕ ਰੈਟੀਕੂਲਮ, ਗੋਲਜੀ ਅਪਰੇਟਸ, ਲਾਈਸੋਸੋਮ ਔਰ ਵੈਕਿਊਲਸ, ਠੀਕ ਹੈ। ਰਸਧਾਨੀਆਂ ਇਹਨਾਂ ਨੂੰ ਕਹਿੰਦੇ ਆ। ਯੂਕੈਰੀਓਟਿਕ ਅਤੇ ਪ੍ਰੋਕੈਰੀਓਟਿਕ ਸੈੱਲ 'ਚ ਬੈਕਟੀਰੀਆ ਦੀ ਐਗਜ਼ਾਮਪਲ ਲੈਣੀ ਆ। RNA ਹੁੰਦਾ ਸਿੱਧਾ ਸਾਈਟੋਪਲਾਜ਼ਮ 'ਚ ਪਿਆ ਹੋਊਗਾ, ਔਰ ਯੂਕੈਰੀਓਟਿਕ ਦੇ ਵਿੱਚ DNA ਕਿੱਥੇ ਪਿਆ ਹੁੰਦਾ? ਨਿਊਕਲੀਅਸ ਦੇ ਅੰਦਰ ਪਿਆ ਹੁੰਦਾ। ਸੈੱਲ ਵਿੱਚ ਕ੍ਰੋਮੋਸੋਮ ਕਿੱਥੇ ਪਾਏ ਜਾਂਦੇ ਹਨ? ਇਹਨਾਂ ਦਾ ਕੀ ਕੰਮ ਹੁੰਦਾ? ਕੇਂਦਰਕ ਦੇ ਵਿੱਚ ਜੋ DNA ਹੁੰਦਾ, ਠੀਕ ਹੈ, ਥਰੈਡ ਲਾਈਕ ਹੁੰਦਾ, ਸੁੰਗੜ ਕੇ ਕੀ ਬਣਾ ਦੂਗਾ? ਕ੍ਰੋਮੋਸੋਮਸ। ਇਹਨਾਂ ਦੇ ਉੱਤੇ ਕੀ ਲੱਗੇ ਹੁੰਦੇ ਆ? ਜੀਨਸ ਲੱਗੇ ਹੁੰਦੇ ਆ, ਠੀਕ ਹੈ। ਇੱਕ ਜਨਰੇਸ਼ਨ ਤੋਂ ਦੂਸਰੀ ਜਨਰੇਸ਼ਨ ਜਾਂਦੇ ਹਨ। ਜਿਹੜਾ ਸੈੱਲ ਹੈ ਉਹ ਸਾਡਾ ਜੋ ਵੀ ਹੈ ਜੀਵ ਜੰਤੂ, ਪੌਦੇ ਸਾਰੇ ਕੀ ਹੈ? ਸੈੱਲਾਂ ਦੇ ਬਣੇ ਹੁੰਦੇ ਆ। ਸੈੱਲ ਦੇ ਵਿੱਚ ਹੀ ਸਾਰੀਆਂ ਮੈਟਾਬੋਲਿਕ ਐਕਟੀਵਿਟੀਜ਼ ਹੁੰਦੀਆਂ ਹਨ। ਦੱਸੋ ਕਿ ਕਲੋਰੋਪਲਾਸਟ ਜਾਂ ਕਲੋਰੋਫਿਲ ਕੇਵਲ ਪੌਦਾ ਸੈੱਲਾਂ ਵਿੱਚ ਹੀ ਪਾਏ ਜਾਂਦੇ ਹਨ। ਜਿਹੜੇ ਕਲੋਰੋਫਿਲ ਆ, ਠੀਕ ਹੈ, ਇੱਦਾਂ ਡਬਲ ਲੇਅਰ ਹੁੰਦਾ, ਔਰ ਇਹਦੇ ਵਿੱਚ ਥੈਲਾਕੋਇਡਸ ਔਰ ਗ੍ਰੈਨਾ ਦਾ ਢੇਰ ਹੁੰਦਾ। ਇਹਦੇ ਵਿੱਚ ਪ੍ਰਕਾਸ਼ ਸੰਸਲੇਸ਼ਨ ਕਿਰਿਆ ਹੋਏਗੀ, ਹੁੰਦੀ ਹੈ। ਤਾਂ ਇਸ ਕਰਕੇ ਪੌਦਿਆਂ ਦਾ ਰੰਗ ਕੀ ਹੈ? ਹਰਾ ਹੁੰਦਾ। ਇਹ ਸੈੱਲ ਦਰਵ ਤੋਂ ਇੱਕ ਝਿੱਲੀ ਦੁਆਰਾ ਵੱਖ ਹੁੰਦਾ ਹੈ। ਕੀ ਆਊਗਾ ਇੱਥੇ? ਕੇਂਦਰਕ ਸੈੱਲ 'ਤੇ ਇੱਥੇ ਕੀ ਆਊਗਾ? ਸਾਈਟੋਪਲਾਜ਼ਮ ਆਨਸਰ ਆਊਗਾ, ਜਾਂ ਸੈੱਲ ਦਰਵ ਵੀ ਕਹਿੰਦੇ ਹੋ ਤੁਸੀਂ ਪੰਜਾਬੀ 'ਚ ਇਹਨੂੰ। ਉਦੋਂ ਬਾਅਦ ਹੈਗਾ ਸੰਜੀਵਾਂ ਦੀ ਮੁੱਢਲੀ ਇਕਾਈ, ਸੰਰਚਨਾਤਮਕ ਇਕਾਈ ਸੈੱਲ। ਇੱਕ ਪ੍ਰਕਾਸ਼ ਸੰਸਲੇਸ਼ਨ ਲਈ ਜ਼ਰੂਰੀ ਹੈ ਕਾਰਬਨ ਡਾਈਆਕਸਾਈਡ, ਵਾਟਰ ਔਰ ਸਨਲਾਈਟ, ਠੀਕ ਹੈ। ਸੈੱਲ ਦਰਵ ਦੇ ਵਿਚਕਾਰ ਖਾਲੀ ਸਥਾਨ ਵਰਗੀ ਸੰਰਚਨਾ। ਸੈੱਲ ਪਦਾਰਥ ਦੇ ਵਿਚਕਾਰ ਖਾਲੀ ਸਥਾਨ ਵਰਗੀ ਸੰਰਚਨਾ ਐਂਡੋਪਲਾਜ਼ਮਿਕ ਰੈਟੀਕੂਲਮ, ਠੀਕ ਹੈ। ਗੋਲਜੀ ਕਾਇਆ, ਕੁਛ ਵੀ ਭਰ ਲਿਓ ਜੋ ਵੀ ਹੈਗਾ। ਥੈਂਕ ਯੂ ਫॉर ਵਾਚਿੰਗ ਦੀ ਵੀਡੀਓ। ਤੁਸੀਂ 9th ਕਲਾਸ ਦੀ ਵੀਡੀਓ ਵੀ ਦੇਖ ਸਕਦੇ ਹੋ। ਆਈ ਵਿਲ ਸੈਂਡ ਯੂ ਮੋਰ ਦੀ ਪਿਕਚਰਸ, ਠੀਕ ਹੈ, ਟੂ ਗੈਟ ਕਲੀਅਰ। ਸਿਰਫ ਤੁਸੀਂ ਇੰਨਾ ਹੀ ਕਰਨਾ ਹੈ। ਯੂਕੈਰੀਓਟਿਕ ਪਹਿਲਾਂ ਸੈੱਲ ਦੇ ਵਿੱਚ ਸੈੱਲ ਝਿੱਲੀ, ਨਿਊਕਲੀਅਸ ਅਤੇ ਸਾਈਟੋਪਲਾਜ਼ਮ ਹੁੰਦਾ। ਯੂਕੈਰੀਓਟਿਕ ਅਤੇ ਪ੍ਰੋਕੈਰੀਓਟਿਕ 'ਚ ਅੰਤਰ, ਪੌਦਾ ਸੈੱਲ ਅਤੇ ਜੰਤੂ ਸੈੱਲ 'ਚ ਅੰਤਰ। ਪਿਕਚਰ ਦੇਖ ਕੇ ਡਿਫਰੈਂਸ ਨੋਟ ਕਰ ਲਓ। ਪੌਦਿਆਂ ਦੇ ਵਿੱਚ ਸੈੱਲ ਵਾਲ, ਸੈੱਲ ਕੰਧ ਹੁੰਦੀ ਅਤੇ ਕਲੋਰੋਪਲਾਸਟ ਹੁੰਦਾ, ਅਤੇ ਵੈਕਿਊਲ ਇੱਕੋ ਹੀ ਹੁੰਦਾ, ਵੱਡਾ ਹੁੰਦਾ, ਜਿਸ ਕਰਕੇ ਨਿਊਕਲੀਅਸ ਕੀ ਆ? ਸਾਈਡ 'ਤੇ ਚਲਾ ਜਾਂਦਾ ਹੈਗਾ। ਪ੍ਰੋਕੈਰੀਓਟਿਕ ਸੈੱਲ 'ਚ RNA ਹੁੰਦਾ, ਰਾਈਬੋ ਨਿਊਕਲਿਕ ਐਸਿਡ, ਜਿਹੜਾ ਕਿ ਸਿੱਧਾ ਹੀ ਸਾਈਟੋਪਲਾਜ਼ਮ ਸੈੱਲ ਦਰਵ ਦੇ ਵਿੱਚ ਪਿਆ ਹੁੰਦਾ।
ਤਾਂ ਇੱਦਾਂ ਕਰਕੇ ਤੁਸੀਂ ਡਿਫਰੈਂਸ ਲੇਬਲ ਡਾਇਗਰਾਮ ਦੀ ਹੈਲਪ ਨਾਲ ਇਸ ਚੈਪਟਰ ਨੂੰ ਹੋਰ ਵੀ ਵਧੀਆ ਬਣਾ ਕੇ ਤਿਆਰ ਕਰ ਸਕਦੇ ਹੋ। ਥੈਂਕ ਯੂ ਫॉर